ਧਨਾਸਰੀ ਮਹੱਲਾ ਪੰਜਵਾਂ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨ ਆਵੈ, ਹਰ ਹਰ ਨਾਮ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਹਾਜ਼ਰਾ ਹਜੂਰ ਗੁਰਤਾ ਗੱਦੀ ਤੇ ਸੁਭਾਏਮਾਨ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਪਾਵਨ ਮੁਬਾਰਕ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਦੀ ਹਾਜ਼ਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਵਾਜ ਜੀ ਦੀ ਪਾਵਨ ਮੁਬਾਰਕ ਬਖਸ਼ਿਸ਼, ਸਤਿਗੁਰਾਂ ਦਾ ਦਰਗਾਹੀ ਹੁਕਮ ਮੁਬਾਰਕ ਅੰਗ 676 ਦੇ ਉੱਤੇ ਸੁਭਾਏਮਾਨ ਹੈ। ਧਨਾਸਰੀ ਮਹੱਲਾ ਪੰਜਵਾਂ। ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ, ਪ੍ਰਤੱਖ ਹਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ ਜੀ ਦੀ ਪਾਵਨ ਬਖਸ਼ਿਸ਼। ਸਾਹਿਬ ਕਹਿੰਦੇ ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨਾ ਆਵੈ, ਹਰ ਹਰ ਨਾਮ ਧਿਆਇਆ। ਲੱਭਦਿਆਂ ਲੱਭਦਿਆਂ ਗੁਰੂ ਦਾ ਮੇਲਾ ਹੋ ਗਿਆ। ਪੂਰੇ ਗੁਰੂ ਦਾ ਮੇਲਾ ਹੋਇਆ ਤੇ ਪੂਰੇ ਗੁਰੂ ਨੇ ਇੱਕ ਬਾਤ ਸਮਝਾ ਦਿੱਤੀ। ਮੈਂ ਬੇਨਤੀ ਕਰਾਂ, ਜਦੋਂ ਕੋਈ ਪੂਰਾ ਕਿਸੇ ਨੂੰ ਬਾਤ ਸਮਝਾਉਂਦਾ ਹੈ, ਇਹ ਹੋ ਨਹੀਂ ਸਕਦਾ ਕਿ ਸਾਹਮਣੇ ਵਾਲਾ ਸਮਝੇ ਨਾ, ਕਿਉਂਕਿ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਸ ਪੂਰੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਜਿਹੜਾ ਗਾਉਂਦਾ ਹੈ, ਉਹ ਜਿਉਂਦੇ ਜੀ ਇਸ ਸੰਸਾਰ ਤੇ ਪੂਰਾ ਹੋ ਜਾਂਦਾ ਹੈ। ਤੇ ਜਦੋਂ ਕਿਤੇ ਪੂਰੇ ਗੁਰੂ ਦੀ ਆਰਾਧਨਾ ਕਰਨ ਵਾਲੇ ਸਿੱਖ ਦੇ ਅੰਦਰੋਂ ਬਚਨ ਨਿਕਲਦੇ ਆ ਨਾ ਜੀ, ਉਹ ਪੂਰੇ ਗੁਰੂ ਦੇ ਬਚਨ ਹੁੰਦੇ ਨੇ ਤੇ ਫਿਰ ਉਹ ਪੂਰੇ ਹੁੰਦੇ ਆ। ਅਸੀਂ ਕਈ ਵਾਰੀ ਕਹਿ ਦਿੰਦੇ ਆ ਨਾ ਜੀ, ਸਿੱਖ ਇਤਿਹਾਸ ਦੇ ਵਿੱਚ ਕਿੰਨੀਆਂ ਸਾਖੀਆਂ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਮੁਬਾਰਕ ਸ੍ਰੀ ਮੁਖ ਵਾਕ ਹੈ। ਮੈਂ ਸਾਹਿਬ ਦੇ ਜੀਵਨ ਵਿੱਚੋਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਆਪ ਜੀ ਦੇ ਸਨਮੁਖ ਰੱਖਾਂ। ਪੂਰੇ ਗੁਰੂ ਦੀ ਆਰਾਧਨਾ ਕਰਨ ਵਾਲੇ, ਪੂਰੇ ਗੁਰੂ ਦਾ ਸਿਮਰਨ ਕਰਨ ਵਾਲੇ, ਪੂਰੇ ਗੁਰੂ ਦੀ ਬਾਤ ਨੂੰ ਮੰਨਣ ਵਾਲੇ
ਧੰਨ ਧੰਨ ਬਾਬਾ ਬੁੱਢਾ ਜੀ। ਹੁਣ ਬਾਬਾ ਜੀ ਨੂੰ ਵਡਿਆਈ ਦਿਵਾਉਣੀ ਸੀ ਤੇ ਸਤਿਗੁਰਾਂ ਨੇ ਮਾਤਾ ਗੰਗਾ ਜੀ ਨੂੰ ਬਾਬਾ ਜੀ ਦੇ ਪਾਸ ਭੇਜਿਆ। ਇਸ ਸਾਖੀ ਨੂੰ ਅਸੀਂ ਕਈ ਤਰੀਕਿਆਂ ਨਾਲ ਵਾਚਦੇ ਹਾਂ, ਪਰ ਅੱਜ ਦੇ ਸ੍ਰੀ ਮੁਖ ਵਾਕ ਨੂੰ ਮੁੱਖ ਰੱਖਦਿਆਂ ਮੈਂ ਬੇਨਤੀ ਕਰਾਂ, ਸਤਿਗੁਰੂ ਕਹਿੰਦੇ ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੀ ਵਡਿਆਈ ਕਰਵਾਉਣੀ ਹੁੰਦੀ ਹੈ ਨਾ, ਤੇ ਉਹ ਆਪਣੇ ਸੇਵਕਾਂ ਨੂੰ ਬਖਸ਼ਿਸ਼ ਕਰਦਾ, ਰਹਿਮਤ ਕਰਦਾ ਹੈ। ਉਹ ਵਡਿਆਈ ਉਹਨਾਂ ਨੂੰ ਦਿਵਾਉਂਦਾ ਹੈ, ਕਿਉਂਕਿ ਜੇਕਰ ਪੁੱਤਰ ਦੀ ਵਡਿਆਈ ਹੋਵੇ ਨਾ, ਅਸਲ ਦੇ ਵਿੱਚ ਉਹ ਪਿਓ ਦੀ ਵਡਿਆਈ ਹੁੰਦੀ ਹੈ, ਕਿਉਂਕਿ ਸੰਸਕਾਰ ਤੇ ਪਿਤਾ ਵਾਲੇ ਆ ਨਾ। ਜਨਮ ਵੀ ਪਿਤਾ ਦੇ ਘਰ ਚ ਲਿਆ। ਇਸ ਕਰਕੇ ਸਤਿਗੁਰੂ ਦੀ ਪਾਵਨ ਬਾਣੀ ਕਹਿੰਦੀ ਹੈ ਨਾ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਰਵਿਦਾਸ ਜੀ ਕਹਿੰਦੇ ਜਿਵੇਂ ਜਲ ਦੀ ਤਰੰਗ ਲਹਿਰ ਜਲ ਤੋਂ ਵੱਖਰੀ ਨਹੀਂ ਹੁੰਦੀ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੂੰ ਜਪਣ ਵਾਲਾ ਨੇ ਜਿਹੜਾ, ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਸਰੀਰ ਭਾਵੇਂ ਵੱਖਰੇ ਵੱਖਰੇ ਹੋਣ, ਪਰ ਜਪਣ ਵਾਲਾ ਜਦੋਂ ਪੂਰੇ ਗੁਰੂ ਦੀ ਬਾਤ ਸੁਣਦਾ ਹੈ, ਪੂਰੇ ਗੁਰੂ ਨੇ ਜਿਹੜੀ ਸਿੱਖਿਆ ਦਿੱਤੀ ਹੈ, ਉਸ ਸਿੱਖਿਆ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਦਾ ਹੈ, ਫਿਰ ਜੋ ਗੁਰੂ ਨੂੰ ਪਾਉਂਦਾ ਨਾ, ਉਹ ਹੀ ਬੋਲਦਾ ਹੈ, ਜਿਹਨੂੰ ਅਸੀਂ ਕਹਿੰਦੇ ਨੇ ਮਰਜ਼ਾਦਾ ਦੇ ਅਨੁਸਾਰ, ਕਿਉਂਕਿ ਗੁਰੂ ਦੇ ਦੱਸੇ ਹੋਏ ਨਿਯਮ ਦੇ ਵਿੱਚ ਹੈ, ਤੇ ਫਿਰ ਉਹ ਗੁਰੂ ਦੇ ਅਨੁਸਾਰ ਹੀ ਬਾਤ ਕਰੇਗਾ, ਕਿਉਂਕਿ ਗੁਰੂ ਦੇ ਹੁਕਮ 'ਚ ਹੈ ਨਾ। ਸਤਿਗੁਰੂ ਕਹਿੰਦੇ ਲੱਭਦਿਆਂ ਲੱਭਦਿਆਂ ਪੂਰੇ ਗੁਰੂ ਦਾ ਮੇਲਾ ਹੋ ਗਿਆ। ਭਾਗ ਹੋਆ ਗੁਰ ਸੰਤ ਮਿਲਾਇਆ। ਅਸੀਂ ਹੁਣ ਇਹ ਸਾਖੀ ਦੇ ਵਿੱਚ ਇਹ ਕਹਿ ਦਿੰਦੇ ਹਾਂ, ਬਾਬਾ ਬੁੱਢਾ ਜੀ ਨੇ ਬਚਨ ਕੀਤੇ। ਅਸਲ ਦੇ ਵਿੱਚ ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਰਜਾ ਸੀ, ਤੇ ਵਡਿਆਈ ਆਪਣੇ ਪੁੱਤਰ ਨੂੰ ਦਿਵਾਉਣੀ ਸੀ, ਆਪਣੇ ਸਿੱਖ ਨੂੰ ਦਿਵਾਉਣੀ ਸੀ। ਸਭ ਕੀਤਾ ਤੇਰਾ ਵਰਤਦਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹੂੰ ਕਰੀ ਵਖਿਆਨ। ਗੁਰੂ ਦੀ ਰਜਾ ਸੀ ਇਸ ਬਾਤ ਦੇ ਵਿੱਚ। ਕਿਉਂਕਿ ਬਾਬਾ ਬੁੱਢਾ ਜੀ ਆਪਣੇ ਗੁਰੂ ਦੇ ਕਹਿਣੇ ਵਿੱਚ ਸੀ। ਗੁਰੂ ਨੇ ਜਿਹੜੀ ਗੱਲ ਸਮਝਾਈ, ਵੀਰ ਜੀ ਕਹਿੰਦੇ ਨਾ, ਮੈਂ ਛੀਕ ਗਾਂਠਰੀ ਬੰਨ੍ਹਦਾ, ਕਹਿੰਦੇ ਮੈਂ ਗੱਲ ਪੱਲੇ ਨਾਲ ਬੰਨ੍ਹ ਲਈ। ਪੂਰੇ ਗੁਰ ਸਮਝਾਇਆ, ਤੇ ਸਿੱਖਿਆ ਕੀ ਦਿੱਤੀ ਹੈ, ਆਨ ਸਗਲ ਬਿਦ ਕਾਮ ਨਾ ਆਵੈ, ਹਰ ਹਰ ਨਾਮ ਧਿਆਇਆ। ਹੁਣ ਇਸ ਬਚਨ ਦੇ ਆਪਾਂ ਦੋ ਅਰਥ ਕਰਾਂਗੇ। ਪਹਿਲਾ ਅਰਥ ਤੇ ਇਹ ਹੈ ਕਿ ਜਿਤਨਾ ਅਸੀਂ ਮਟੀਰੀਅਲਿਜ਼ਮ ਇਕੱਠਾ ਕਰ ਰਹੇ ਹਾਂ, ਦੁਨਿਆਵੀ ਪਦਾਰਥਵਾਦ, ਇਹਦੀ ਦੌੜ ਲੱਗੀ ਹੋਈ ਹੈ, ਇਹਨਾਂ ਦੇ ਵਿੱਚੋਂ ਇੱਕ ਵੀ ਕੰਮ ਆਉਣ ਵਾਲਾ ਨਹੀਂ ਹੈ। ਤੇ ਦੂਸਰਾ ਅਰਥ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਤਨਾ ਸਾਰਾ ਮਾਇਆ ਦਾ ਪਸਾਰਾ ਹੈ, ਇਹਨੇ ਤੇਰੇ ਨਾਲ ਨਹੀਂ ਜਾਣਾ।
ਮਾਇਆ ਤੋਂ ਬਚਣ ਵਾਸਤੇ ਜਿੰਨੀਆਂ ਮਰਜ਼ੀ ਜੁਗਤੀਆਂ ਕਰ ਲੈ, ਤੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬਚ ਨਹੀਂ ਸਕਦਾ। ਜੇ ਤਾਂ ਅਸਲੀ ਵਰਣਾਤਮਕ ਅਰਥ ਕਰੀਏ, ਅੱਖਰੀ ਅਰਥ ਕਰੀਏ, ਇਹ ਬਣਦਾ ਹੈ। ਸਤਿਗੁਰੂ ਕਹਿੰਦੇ ਨਾ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਜ ਜਨਿਆਂ ਸੋ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੈ, ਦੀਜੈ ਬੁੱਧ ਵਿਵੇਕਾ। ਇਸ ਮਾਇਆ ਦੇ ਝਮੇਲੇ ਤੋਂ ਬਚਣ ਵਾਸਤੇ ਮੌਨ ਪਇਓ, ਕਿਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੈ, ਏ ਬਿਦ ਜੇ ਲੱਖ ਯਤਨ ਕਰਾਏ। ਸਤਿਗੁਰੂ ਕਹਿੰਦੇ ਜਿੰਨੇ ਮਰਜ਼ੀ ਯਤਨ ਕਰ ਲੈ, ਪਰ ਮਾਇਆ ਤੋਂ ਬਚ ਨਹੀਂ ਸਕਦਾ, ਕਿਉਂਕਿ ਮਾਇਆ ਦਾ ਜਿਹੜਾ ਖੇਲ ਹੈ, ਅਕਾਲ ਪੁਰਖ ਵਾਹਿਗੁਰੂ ਨੇ ਐਸਾ ਰਚਿਆ ਹੈ। ਸਤਿਗੁਰੂ ਕਹਿੰਦੇ ਸਾਧੋ ਰਚਨਾ ਰਾਮ ਬਣਾਈ, ਉਹਨੇ ਐਸੀ ਰਚਨਾ ਬਣਾਈ ਹੈ, ਇੱਕ ਬਿਨਸ ਹੈ, ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਏ। ਜਿਹੜਾ ਬਿਨਸ ਰਿਹਾ, ਜਿਹੜਾ ਇਸ ਸੰਸਾਰ ਤੋਂ ਜਾ ਰਿਹਾ ਹੈ, ਉਹਦੇ ਅੰਦਰੋਂ ਵੀ ਮਾਇਆ ਦੀ ਹਿਰਸ ਹੈ, ਜਿਹੜੀ ਤ੍ਰਿਸ਼ਨਾ ਹੈ, ਜਿਹੜੀ ਨਹੀਂ ਖਤਮ ਹੋਈ। ਤੇ ਜਿਹੜਾ ਜਿਉਂ ਰਿਹਾ ਹੈ, ਇੱਕ ਉਪਜ ਹੈ, ਜਿਹੜਾ ਅਜੇ ਵੱਡਾ ਹੋ ਰਿਹਾ ਹੈ, ਜਿਹਦੀ ਉਮਰ ਇਦਾਂ ਕਹਿ ਲਈ ਵੀ ਕਮਾਈਆਂ ਕਰਨ ਦੀ ਹੈ, ਉਹ ਵੀ ਦੌੜਿਆ ਫਿਰਦਾ ਹੈ। ਪਰ ਜਿਹਨੇ ਦੌੜ ਦੌੜ ਕੇ ਆਪਣਾ ਸਾਰਾ ਜੀਵਨ ਬਤੀਤ ਕਰ ਲਿਆ, ਹੁਣ ਸਰੀਰ ਦੇ ਵਿੱਚ ਕਿਰਿਆ ਕਰਨ ਦੀ ਤਾਕਤ ਨਹੀਂ ਰਹੀ, ਪਰ ਤ੍ਰਿਸ਼ਨਾ ਤੋਂ ਮੁਕਤੀ ਵੀ ਨਹੀਂ ਮਿਲੀ, ਤ੍ਰਿਸ਼ਨਾ ਤੋਂ ਮੁਕਤੀ ਨਹੀਂ ਮਿਲੀ। ਤੇ ਭਾਈ ਗੁਰਦਾਸ ਕਹਿੰਦੇ, ਜੁਗ ਜੁਗ ਮੇਲ ਸਰੀਰ ਕਾ, ਵਾਸਨਾ ਬੱਧਾ ਆਏ ਜਾਏ। ਤ੍ਰਿਸ਼ਨਾ ਦੇ ਨਾਲ ਜੁੜਿਆ, ਇਹਨੂੰ ਫਿਰ ਜਨਮ ਲੈਣਾ ਪਵੇਗਾ, ਇਹਨੂੰ ਫਿਰ ਮਰਨਾ ਪਵੇਗਾ। ਇੱਥੋਂ ਤੱਕ ਕਿ ਸਤਿਗੁਰੂ ਕਬੀਰ ਜੀ ਕਹਿੰਦੇ, ਰਾਗ ਆਸਾ ਇੱਕ ਤੁਕੇ ਦੇ ਸਰਲੇਖ ਵਿੱਚ ਕਬੀਰ ਜੀ ਕਹਿੰਦੇ ਸਰਪਨੀ ਤੇ ਉੱਪਰ ਨਹੀਂ ਬਲੀਆ। ਸਰਪਨੀ ਕਹਿੰਦੇ ਨੇ ਮਾਇਆ ਨੂੰ, ਕਹਿਣਗੇ ਮਾਇਆ ਐਸੀ ਸਪਣੀ ਹੈ, ਇਹਦੇ ਤੋਂ ਕੋਈ ਵੀ ਬਲੀ ਨਹੀਂ ਹੈ। ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛੜੀਆ, ਜਿਨ੍ਹਾਂ ਨੂੰ ਰੱਬ ਕਰਕੇ ਪੂਜਿਆ ਜਾਂਦਾ ਹੈ, ਜਿਨ੍ਹਾਂ ਨੂੰ ਦੁਨੀਆ ਦੇ ਸਿਰਜਣਹਾਰੇ ਕਰਕੇ ਲੋਕ ਪੂਜਦੇ ਨੇ, ਮੰਦਰਾਂ ਦੇ ਵਿੱਚ ਮੂਰਤੀਆਂ ਲੱਗੀਆਂ ਨੇ, ਸੁਬਾਹ ਸ਼ਾਮ ਆਰਤੀਆਂ ਹੁੰਦੀਆਂ। ਕਹਿਣਗੇ ਮਾਇਆ ਦੇ ਪ੍ਰਭਾਵ ਤੋਂ ਉਹ ਵੀ ਨਹੀਂ ਬਚੇ। ਸਰਪਨੀ ਤੇ ਉੱਪਰ ਨਹੀਂ ਬਲੀਆ, ਇਹਦੋਂ ਕੋਈ ਬਲਵਾਨ ਨਹੀਂ ਹੈ। ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਕਬੀਰ ਜੀ ਨੇ ਇਹ ਐਲਾਨੀਆਂ ਕਹਿ ਦਿੱਤੀਆਂ, ਫੈਸਲਾ ਦੇ ਦਿੱਤਾ। ਪਰ ਸਤਿਗੁਰੂ ਕਹਿੰਦੇ ਇਹਦੇ ਤੋਂ ਬਚਣ ਦਾ ਇੱਕ ਤਰੀਕਾ ਹੈ, ਹੋਰ ਕੋਈ ਵੀ ਵਿਧੀ ਕਰ ਲੈ ਤੇਰੇ ਕੰਮ ਨਹੀਂ ਆਵੇਗੀ। ਭਾਵੇਂ ਕੋਈ ਜਲ ਧਾਰੇ ਕਰੇ, ਭਾਵੇਂ ਕੋਈ ਵਰਤ ਰੱਖੇ, ਭਾਵੇਂ ਕੋਈ ਨੰਗੇ ਪੈਰੀ ਤੀਰਥਾਂ ਦੇ ਉੱਤੇ ਜਾਵੇ, ਭਾਵੇਂ ਕੋਈ ਸਾਰੇ ਤੀਰਥਾਂ ਦਾ ਇਸ਼ਨਾਨ ਕਰਦਾ ਫਿਰੇ। ਸਤਿਗੁਰੂ ਤੇ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਅਸਦਾਨ, ਗਜਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤਹਿ ਨਿਤ ਕੀਜੈ, ਰਾਮ ਨਾਮ ਸਰ ਤਉ ਨ ਪੂਜੈ। ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਤੁੱਲ, ਉਹਦੇ ਸਮਾਨ ਇਹ ਚੀਜ਼ਾਂ ਨਹੀਂ ਪੁੱਗਦੀਆਂ। ਸੋ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਹੈ, ਆਨ ਸਗਲ ਬਿਦ ਆਮ ਨ ਆਵੈ, ਹਰ ਹਰ ਨਾਮ ਧਿਆਇਆ। ਅਕਾਲ ਪੁਰਖ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਹੀ ਮਨੁੱਖ ਦਾ ਸੱਚਾ ਸਾਥੀ ਹੈ। ਸੋ ਸਾਨੂੰ ਸਾਰਿਆਂ ਨੂੰ ਸੁਬਾਹ ਸ਼ਾਮ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ।
ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਜੁੜਨਾ ਚਾਹੀਦਾ ਹੈ, ਤਾਂ ਕਿ ਆਇਆ ਹੋਇਆ ਜੀਵਨ ਦਾ ਮਿਲਿਆ ਹੋਇਆ ਜਿਹੜਾ ਸਮਾਂ ਹੈ ਇਹ ਸਫਲਾ ਹੋ ਜਾਵੇ। ਗੁਰੂ ਰਹਿਮਤ ਕਰੇ, ਬਖਸ਼ਿਸ਼ ਕਰੇ ਸਭਨਾਂ ਨੂੰ, ਨਿਤਨੇਮ ਬਾਣੀ ਤੇ ਬਾਣੀ ਦਾ ਪਿਆਰ ਬਖਸ਼ੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।